ਸਾਹਿਬ ਜੀ ਡੰਡੋਤ ਵੰਦਨਨ ਗਵਾਰ ਸਰਵ ਕਲਾ ਸਮਰਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਅਗਮ ਅਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਬੇਸ਼ੁਮਾਰ ਅਥਾਹ ਅਗਣਤ ਅਤੁਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਕਰੀ ਵਖਿਆਨ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਨਾਉ ਤੇਰਾ ਨਿਰੰਕਾਰ ਹੈ ਨਾਏ ਲਿਆ ਨਰਕ ਨਾ ਜਾਈਐ ਜੀਉ ਪਿੰਡ ਸਭ ਤਿਸ ਦਾ ਦੇ ਖਾਜੈ ਆਖ ਗਵਾਈਐ। ਜੇ ਲੋੜੈ ਚੰਗਾ ਆਪਣਾ ਕਰ ਪੁੰਨੋ ਨੀਚ ਸਦਾਈਐ। ਜੇ ਜਰਵਾਨਾ ਪਰ ਹਰੈ ਜਰ ਵੇਸ ਕਰੇ ਦੀ ਆਈਐ। ਕੋ ਰਹਿ ਨ ਭਰੀਐ ਪਾਈਐ ਕੋ ਰਹਿ ਨ ਭਰੀਐ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜਾਰਾ ਜਹੂਰ ਸਰਵ ਕਲਾ ਭਰਪੂਰ ਸ਼ਬਦ ਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ। ਬਖਸ਼ਿਸ਼ ਕੀਤੀ ਹੈ ਅੰਮ੍ਰਿਤ ਵੇਲੇ ਤੋਂ ਸਤ ਸੰਗਤ ਦਾ ਅਮੋਲਕ ਸਮਾਂ ਬਖਸ਼ ਕਰਕੇ ਸ੍ਰੀ ਆਸਾ ਕੀ ਵਾਰ ਦੇ ਕੀਰਤਨ ਹੋਏ ਹਨ। ਸ੍ਰੀ ਚੌਪਈ ਸਾਹਿਬ ਜੀ ਦੇ ਜਾਪ ਹੋਏ ਹਨ। ਉਪਰੰਤ ਇਸ ਪਾਵਨ ਅਸਥਾਨ ਤੇ ਗੁਰਬਾਣੀ ਦੀ ਜੋ ਲੜੀਵਾਰ ਕਥਾ ਚੱਲ ਰਹੀ ਹੈ ਤਿਸ ਦੇ ਤਹਿਤ ਆਸਾ ਕੀ ਵਾਰ ਦੇ ਵਿੱਚੋਂ ਪੰਜਵੀਂ ਪੌੜੀ ਦਾ ਪਾਠ ਆਪ ਜੀ ਨੇ ਸਰਵਣ ਕੀਤਾ ਹੈ। ਇਸ ਪੌੜੀ ਦੇ ਨਾਲ 2 ਸ਼ਲੋਕ ਆਏ ਹਨ। ਉਹ 2 ਸ਼ਲੋਕਾਂ ਦੀ ਕਥਾ ਵਿਚਾਰ ਆਪ ਜੀ ਨੇ ਪਹਿਲਾਂ ਸਰਵਣ ਕੀਤੀ ਹੈ। ਇਹ ਪਾਵਨ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 465 ਅੰਗ ਤੇ ਸੁਭਾਏਮਾਨ ਹੈ। ਸਹਿਬ ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਪਾਵਨ ਸ਼ਬਦ ਦੇ ਦੁਆਰਾ ਸਾਰੀ ਮਨੁੱਖਤਾ ਨੂੰ ਕੁੱਲ ਲੋਕਾਈ ਨੂੰ ਉਪਦੇਸ਼ ਦੇ ਰਹੇ ਹਨ। 2 ਸ਼ਲੋਕਾਂ ਦੇ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਕਿ ਇਹ ਸੰਸਾਰ ਇੱਕ ਬਹੁਤ ਵੱਡੀ ਪਰਮਾਤਮਾ ਦੀ ਰਚੀ ਹੋਈ ਖੇਡ ਹੈ, ਮਾਇਆ ਦੀ ਰਾਸ ਹੈ, ਜਿਹਦੇ ਵਿੱਚ ਜੋ ਸਮੇਂ ਦੀ ਵੰਡ ਦੀਆਂ ਘੜੀਆਂ ਹਨ ਉਹ ਗੋਪੀਆਂ ਹਨ। ਜਿਹੜੇ ਪੈਰ ਹਨ
ਉਹ ਕ੍ਰਿਸ਼ਨ ਆਦਿਕ ਹਨ ਅਤੇ ਪੌਣ ਪਾਣੀ ਬੈਸੰਤਰ ਹਵਾ ਪਾਣੀ ਆਗੀ ਤੇ ਆਦਿਕ ਇਹ ਸਾਰੇ ਗਹਿਣੇ ਹਨ ਜਿਹੜੇ ਇਸ ਕੁਦਰਤ ਦੇ ਵਿੱਚ, ਇਸ ਸ੍ਰਿਸ਼ਟੀ ਦੇ ਵਿੱਚ ਇਸ ਰਾਸ ਨੂੰ ਸਜਾ ਰਹੇ ਹਨ। ਚੰਦ ਸੂਰਜ ਇਹਦੇ ਵਿੱਚ ਅਵਤਾਰ ਹਨ। ਸਾਰੀ ਧਰਤੀ ਦਾ ਪਦਾਰਥ ਜੋ ਵਰਤਣ ਵਰਤਾਨ ਹੈ, ਇਹ ਸਭ ਜੰਜਾਲ ਜਿੰਨੇ ਹਨ ਇਹਦੇ ਵਰਤਣ ਵਰਤਾਨ ਵਿੱਚ ਹਨ। ਪਾਤਸ਼ਾਹ ਕਹਿੰਦੇ ਇਹਦੇ ਵਿੱਚੋਂ ਜਿਨ੍ਹਾਂ ਨੇ ਤੱਤ ਵਸਤੂ ਨੂੰ ਲਿਆ ਹੈ ਉਹ ਤਾਂ ਜੀਵਨ ਦੀ ਬਾਜੀ ਨੂੰ ਜਿੱਤ ਗਏ, ਪਰ ਜਿਹੜੇ ਇਸ ਰਾਸ ਨੂੰ ਵੇਖ ਕੇ ਮਨ ਦਾ ਮਨੋਰੰਜਨ ਹੀ ਕੀਤਾ ਉਹ ਲੁੱਟੇ ਗਏ, ਕਿਉਂਕਿ ਉਹਨਾਂ ਨੇ ਕੋਈ ਗੱਲ ਸਮਝੀ ਹੈ ਨਹੀਂ, ਤੱਤ ਵਸਤੂ ਨੂੰ ਵਿੱਚੋਂ ਲਿਆ ਨਹੀਂ, ਬਸ ਰਾਸ ਦੇ ਨਾਲ ਹੀ ਜੁੜੇ ਰਹੇ। ਜਿਵੇਂ ਵੇਖੋ ਆਪਾਂ ਕੋਈ ਨਾਟਕਕਾਰ ਨਾਟਕ ਕਰਦੇ ਨੇ, ਉਹਦੇ ਵਿੱਚ ਕੋਈ ਨਾ ਕੋਈ ਸਿੱਖਿਆ ਹੁੰਦੀ ਹੈ। ਅਸਲ ਵਿੱਚ ਉਹ ਕੋਈ ਸਮਝਾਉਣਾ ਚਾਹੁੰਦੇ ਹਨ ਨਾਟਕ ਕਰਕੇ, ਕੋਈ ਫਿਲਮ ਦੇ ਦੁਆਰਾ, ਪਰ ਮਨੁੱਖ ਉਹਨੂੰ ਵੇਖ ਕੇ ਹੱਸੇ, ਮਨ ਦਾ ਮਨੋਰੰਜਨ ਕਰੇ, ਪਰ ਉਹਦੇ ਤੋਂ ਕੋਈ ਸਿੱਖਿਆ ਨਾ ਲਵੇ ਤੇ ਉਹ ਸਿੱਖਿਆ ਨੂੰ ਆਪਣੇ ਜੀਵਨ ਵਿੱਚ ਨਾ ਧਾਰਨ ਕਰੇ, ਉਹਦਾ ਉਹ ਨਾਟਕ ਵੇਖਿਆ ਬੇਕਾਰ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਲੋਕੀ ਕੋਈ ਕ੍ਰਿਸ਼ਨ ਦਾ ਸਵਾਂਗ ਬਣਾ ਕੇ ਰਸ ਲੀਲਾ ਕਰਦਾ ਹੈ, ਕੋਈ ਰਾਮਚੰਦਰ ਜੀ ਦਾ ਲਿਬਾਸ ਪਾ ਕੇ ਸਵਾਂਗ ਬਣਾ ਕੇ ਰਾਮ ਲੀਲਾ ਕਰਦਾ ਹੈ, ਕੋਈ ਕਿਸੇ ਰਾਜੇ ਦਾ, ਕੋਈ ਕਿਸੇ ਵੈਦ ਦਾ, ਹਕੀਮ ਦਾ, ਕੋਈ ਕਿਸੇ ਰਾਣੀ ਦਾ, ਪਟਰਾਣੀ ਦਾ ਰੋਲ ਕਰਦਾ ਹੈ। ਨਾਟਕ ਕਰਨ ਵਾਲੇ ਵੀ ਔਰ ਨਾਟਕ ਵੇਖਣ ਵਾਲੇ ਵੀ, ਜੇਕਰ ਉਹਦੇ ਵਿੱਚੋਂ ਕੋਈ ਤੱਤ ਵਸਤੂ ਨੂੰ ਨਹੀਂ ਸਮਝਿਆ, ਕੋਈ ਗਿਆਨ ਦੀ ਗੱਲ ਨਹੀਂ ਸਮਝੀ, ਕੋਈ ਸਿੱਖਿਆ ਨਹੀਂ ਲਈ, ਤਾਂ ਉਹਨਾਂ ਦਾ ਉਹ ਕੀਤਾ ਹੋਇਆ ਬੇਕਾਰ ਹੈ। ਜਿਵੇਂ ਆਪਾਂ ਵੇਖੀਏ ਕੋਈ ਨਾਟਕ ਕਰਨ ਵਾਲਾ, ਕੋਈ ਐਕਟਰ, ਉਹ ਆਪਣੇ ਨਾਟਕ ਦੇ ਵਿੱਚ ਰੋਲ ਕਰਕੇ ਲੋਕਾਂ ਨੂੰ ਗਿਆਨ ਦੇਵੇ ਵੀ ਨਸ਼ਾ ਕਰਨਾ ਮਾੜਾ ਹੈ। ਨਾਟਕ ਤਾਂ ਉਹਨੇ ਕਰਕੇ ਵਿਖਾ ਦਿੱਤਾ, ਪਰ ਅਸਲ ਜ਼ਿੰਦਗੀ ਵਿੱਚ ਉਹ ਨਸ਼ਾ ਕਰਦਾ ਹੋਵੇ, ਉਹ ਖੁਆਰ ਹੋਵੇਗਾ। ਲੋਕਾਂ ਨੂੰ ਤਾਂ ਉਹਨੇ ਉਪਦੇਸ਼ ਦੇਤਾ, ਸੰਦੇਸ਼ ਦੇਤਾ, ਸੁਨੇਹਾ ਦੇਤਾ ਨਾਟਕ ਦੇ ਦੁਆਰਾ, ਪਰ ਆਪਣੇ ਜੀਵਨ ਵਿੱਚ ਉਹ ਨਸ਼ੇ ਵਿੱਚ ਡੁੱਬਿਆ ਹੋਇਆ ਸੀ, ਕੋਈ ਲਾਭ ਨਹੀਂ ਲੈ ਸਕੇਗਾ। ਇਸ ਤਰ੍ਹਾਂ ਦੇ ਬੰਦੇ ਦੇ ਨਾਟਕ ਨੂੰ ਵੇਖ ਕੇ ਵੀ ਕੋਈ ਬ੍ਰਹਮ ਗਿਆਨੀ ਨਹੀਂ ਬਣੇਗਾ। ਤਾਂ ਇਸੇ ਤਰ੍ਹਾਂ ਮਹਾਰਾਜ ਕਹਿੰਦੇ ਭਾਈ ਇਹ ਸਾਰੀ ਦੁਨੀਆ ਵਾਹਿਗੁਰੂ ਦੀ ਕਰਾਸ ਪਾਈ ਹੋਈ ਹੈ, ਇਹਦੇ ਵਿੱਚੋਂ ਤੁਸੀਂ ਤੱਤ ਵਸਤੂ ਨੂੰ ਸਮਝਣਾ ਹੈ, ਤੇ ਜੇਕਰ ਨਾ ਸਮਝਿਆ ਤੇ ਦੁਨੀਆ ਦੇ ਧੰਦੇ ਵਿੱਚ ਹੀ ਫਸੇ ਰਹੇ, ਦੁਨੀਆ ਦੇ ਪਦਾਰਥਾਂ ਵਿੱਚ ਹੀ ਫਸੇ ਰਹੇ, ਰਸ ਕਸ ਦੇ ਵਿੱਚ ਹੀ, ਫਿਰ ਮਹਾਰਾਜ ਕਹਿੰਦੇ ਤੁਹਾਡਾ ਦੁਨੀਆ ਵਿੱਚ ਆਉਣਾ ਬੇਕਾਰ ਹੈ, ਬੇਅਰਥ ਹੈ, ਇਹਦੇ ਕੋਈ ਮਾਇਨੇ ਨਹੀਂ, ਫਿਰ ਬੰਦਾ ਖੁਆਰ ਹੀ ਹੋਵੇਗਾ। ਮਹਾਰਾਜ ਕਿਵੇਂ ਜੀਵ ਦਾ ਜੀਵਨ ਸਫਲ ਹੋ ਸਕਦਾ ਹੈ? ਤੱਤ ਵਸਤੂ ਕੀ ਹੈ? ਤੱਤ ਦੀ ਗੱਲ ਕੀ ਹੈ? ਉਹ ਹੈ ਪਰਮੇਸ਼ਵਰ ਦਾ ਨਾਮ ਜਪਣਾ। ਸੰਸਾਰ ਦੀ ਕਿਰਤ ਵਿਰਤ ਵੀ ਕਰਨੀ ਹੈ, ਪਰਿਵਾਰ ਵਿੱਚ ਰਹਿੰਦਿਆਂ ਹੋਇਆਂ, ਕਾਰੋਬਾਰ ਕਰਦਿਆਂ ਉਸ ਵਾਹਿਗੁਰੂ ਦੇ ਨਾਮ ਨੂੰ ਜਪਣਾ ਹੈ, ਤਾਂ ਜੋ ਇਹ ਜੀਵ ਦੁਰਗਤੀ ਤੋਂ ਬਚ ਜਾਵੇ, ਦੁਰਗਤੀ ਤੋਂ ਬਚ ਜਾਵੇ, ਨਰਕਾਂ ਤੋਂ ਬਚ ਜਾਵੇ। ਸਾਹਿਬ ਸੱਚੇ ਪਾਤਸ਼ਾਹ ਇਹ ਪੌੜੀ ਦੇ ਸ਼ਬਦ ਦੁਆਰਾ ਜੋ ਉਪਦੇਸ਼ ਕਰ ਰਹੇ ਨੇ, ਸਤਿਗੁਰੂ ਜੀ ਦੇ ਪਾਵਨ ਅੰਮ੍ਰਿਤ ਬਚਨਾਂ ਦੀ ਵਿਚਾਰ ਆਰੰਭ ਕਰੀਏ। ਪਿਆਰ ਨਾਲ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਪੌੜੀ ਨਾਉ ਤੇਰਾ ਨਿਰੰਕਾਰ ਹੈ, ਨਾਏ ਲੈ ਨਰਕ ਨਾ ਜਾਈਐ।
ਸਾਡੇ ਜੀਵਨ ਦੇ ਵਿੱਚ ਸਾਨੂੰ ਦੁੱਖਾਂ ਤੋਂ, ਕਿਉਂਕਿ ਨਰਕ ਕਈ ਤਰ੍ਹਾਂ ਦੇ ਹਨ। ਨਰਕ ਆਪਾਂ ਇਸ ਦੁਨੀਆ ਵਿੱਚ ਵੀ ਵੇਖ ਸਕਦੇ ਹਾਂ। ਜਿਹੜਾ ਮਨੁੱਖ ਨਸ਼ੇ ਵਿੱਚ ਡੁੱਬਿਆ ਹੋਇਆ ਹਰ ਸਮੇਂ ਨਰਕ ਵਿੱਚ ਹੈ। ਜਿਸ ਬੰਦੇ ਨੂੰ ਕੋਈ ਭਿਅੰਕਰ ਬਿਮਾਰੀ ਲੱਗ ਗਈ ਹੈ ਉਹ ਨਰਕ ਦੇ ਵਿੱਚ ਹੈ। ਜਿਹੜੇ ਬੰਦਾ ਅੱਤ ਦੀ ਗਰੀਬੀ ਮੁਫਲਸੀ ਦੇ ਵਿੱਚ ਚੱਲ ਰਿਹਾ ਹੈ ਨਰਕ ਹੈ ਉਹ ਵੀ। ਕੋਈ ਵਿਕਾਰਾਂ ਦੇ ਨਰਕ ਵਿੱਚ ਡੁੱਬਿਆ ਹੋਇਆ, ਕਿਸੇ ਨੂੰ ਕਾਮ ਦਾ ਨਰਕ ਹੈ, ਕਿਸੇ ਨੂੰ ਕ੍ਰੋਧ ਦਾ ਨਰਕ ਚਿੰਬੜਿਆ ਹੋਇਆ ਹੈ। ਨਰਕ ਵਿੱਚ ਕੀ ਹੁੰਦਾ ਹੈ? ਦੁੱਖ ਹੁੰਦਾ ਹੈ। ਕੋਈ ਲੋਭ ਦੇ ਨਰਕ ਵਿੱਚ ਹੈ, ਕੋਈ ਮੋਹ ਦੇ, ਕੋਈ ਹੰਕਾਰ ਦੇ। ਇਸ ਤਰ੍ਹਾਂ ਇਹ ਵੀ ਨਰਕ ਹਨ। ਫਿਰ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਜੀਵ ਆਤਮਾ ਜੇ ਨਾਮ ਨਾ ਜਪਿਆ ਹੋਵੇਗਾ, ਇਹਦੀ ਜਿਹੜੀ ਅਗਲੀ ਅਵਸਥਾ ਹੋਵੇਗੀ ਉਹ ਨਰਕ ਹੀ ਹੋਵੇਗੀ। ਸਰੀਰ ਨੂੰ ਤਿਆਗਣ ਤੋਂ ਬਾਅਦ ਜਿਵੇਂ ਵੇਖੋ ਮਨੁੱਖ ਦਾ ਸਾਰਾ ਘਰ-ਬਾਰ ਕੋਈ ਲੁੱਟ ਲਵੇ, ਉਹਦੇ 'ਤੇ ਕੋਈ ਕਬਜ਼ਾ ਕਰ ਲਵੇ ਅਤੇ ਉਹ ਮਨੁੱਖ ਨੂੰ ਘਰੋਂ ਬਾਹਰ ਕੱਢ ਦਿੱਤਾ ਜਾਵੇ, ਉੱਥੇ ਫਿਰ ਉਹਦਾ ਕੋਈ ਸੰਗੀ ਸਾਥੀ ਵੀ ਨਾ ਹੋਵੇ, ਉਹਦੀ ਕੀ ਹਾਲਤ ਹੋਵੇਗੀ ਦੁਨੀਆ ਵਿੱਚ? ਉਹ ਕਿੱਥੇ ਜਾਵੇਗਾ? ਧੱਕੇ ਖਾਵੇਗਾ ਥਾਂ ਥਾਂ 'ਤੇ। ਕੋਈ ਉਹਦਾ ਕਾਰੋਬਾਰ ਨਹੀਂ। ਉਹਦਾ ਜਿਹੜਾ ਕਾਰੋਬਾਰ ਜੋ ਘਰ-ਬਾਰ ਕੋਈ ਖੋਹ ਲਵੇ ਸਾਰਾ ਹੀ, ਸਾਰੀ ਉਹਦੀ ਪ੍ਰੋਪਰਟੀ ਖੋਹ ਲਵੇ, ਉਹਦੇ ਹੱਥ ਵਿੱਚ ਕੁਝ ਵੀ ਨਾ ਰਹਿ ਜਾਵੇ, ਉਸ ਬੰਦੇ ਦੀ ਕੀ ਦੁਰਦਸ਼ਾ ਹੋਵੇਗੀ? ਉਹ ਰੋਂਦਾ ਫਿਰੇਗਾ ਥਾਂ ਪਰ ਥਾਂ, ਕੋਈ ਉਸ ਨੂੰ ਕੋਲ ਨਹੀਂ ਬਿਠਾਵੇਗਾ। ਇਸੇ ਤਰ੍ਹਾਂ ਜਦੋਂ ਇਹ ਸਾਡਾ ਸਰੀਰ ਰੂਪੀ ਘਰ ਸਾਡੇ ਕੋਲੋਂ ਲੈ ਲਿਆ ਗਿਆ, ਸਰੀਰ ਇੱਕ ਘਰ ਹੈ ਜਿਹਦੇ ਵਿੱਚ ਅਜੀਬ ਆਤਮਾ ਰਹਿ ਰਹੀ ਹੈ। ਜਦੋਂ ਇਸ ਸਰੀਰ ਰੂਪੀ ਘਰ ਨੂੰ ਖੋਹ ਲਿਆ, ਵਾਪਸ ਲੈ ਲਿਆ, ਅਤੇ ਇਹ ਜੀਵ ਆਤਮਾ ਇਹਦੇ ਵਿੱਚੋਂ ਬਾਹਰ ਚਲੀ ਗਈ। ਇਹਦੇ ਫਿਰ ਕੋਲ ਕੁਝ ਨਹੀਂ ਰਹਿਣਾ। ਸਾਰਾ ਕੁਝ ਇਸ ਸਰੀਰ ਕਰਕੇ ਹੀ ਹੈ ਸਾਡੇ ਕੋਲ। ਜੋ ਪੈਸਾ ਵੀ ਕੰਮ ਤਾਂ ਆਉਂਦਾ ਜੇ ਸਰੀਰ ਜੀਵਦਾ ਹੈ, ਪ੍ਰੋਪਰਟੀ ਵੀ, ਰਿਸ਼ਤੇਦਾਰ ਵੀ, ਭੈਣ ਭਾਈ ਵੀ, ਸਾਰੇ। ਜਦੋਂ ਸਰੀਰ ਹੀ ਨਾ ਰਿਹਾ, ਆਤਮਾ ਫਿਰ ਅੱਗੇ ਖੁਆਰ ਹੋਵੇਗੀ। ਤੋ ਮਹਾਰਾਜ ਕਹਿੰਦੇ ਬਚਣ ਦਾ ਤਰੀਕਾ ਕੀ ਹੈ? ਕਿਵੇਂ ਬਚਿਆ ਜਾ ਸਕਦਾ ਉਸ ਖੁਆਰੀ ਤੋਂ? ਨਾਉ ਤੇਰਾ ਨਿਰੰਕਾਰ ਹੈ, ਨਾ ਲਿਆ ਨਰਕ ਨਾ ਜਾਈਐ। ਨਾਉ ਤੇਰਾ ਨਿਰੰਕਾਰ ਹੈ। ਨਿਰੰਕਾਰ ਵਾਹਿਗੁਰੂ ਪਰਮਾਤਮਾ, ਇੱਕ ਉਹਦਾ ਨਾਮ ਸਰਗੁਣ ਰੂਪ ਅੱਖਰਾਂ ਦੇ ਵਿੱਚ ਹੈ, ਇੱਕ ਉਹਦਾ ਨਾਮ ਧੁਨ ਰੂਪ ਦੇ ਵਿੱਚ ਹੈ, ਜੋ ਸਾਰੇ ਪਾਸੇ ਅਨਹਦ ਧੁਨ ਹੋ ਕੇ ਪਸਰ ਰਿਹਾ ਹੈ, ਫੈਲਿਆ ਹੋਇਆ ਹੈ। ਉਸ ਦੇ ਨਾਲ ਜੁੜਨਾ ਹੈ। ਜੁੜਨ ਦਾ ਤਰੀਕਾ ਕੀ ਹੈ? ਅੱਖਰਾਂ ਵਾਲਾ ਨਾਮ, ਜਿਵੇਂ ਵਾਹਿਗੁਰੂ, ਇਹ ਅੱਖਰ ਆਪਾਂ ਜਪਾਂਗੇ। ਜਪਦਿਆਂ ਜਪਦਿਆਂ ਇੱਕ ਦਿਨ ਆਪਾਂ ਉਸ ਨਾਮ ਨਾਲ ਜੁੜ ਜਾਵਾਂਗੇ ਜਿਹਦਾ ਕੋਈ ਆਕਾਰ ਨਹੀਂ ਹੈ। ਜਿਵੇਂ ਇਹਨੂੰ ਸਮਝ ਲਈਏ, ਜਿਵੇਂ ਰਾਗੀ ਸਿੰਘ ਕੀਰਤਨ ਕਰਦੇ ਨੇ, ਜਾਂ ਕੋਈ ਵੀ ਸੰਗੀਤਕਾਰ ਸੰਗੀਤ ਜਿਹੜਾ ਹੈ ਉਹ ਵਜਾਉਂਦਾ ਹੈ, ਗਾਉਂਦਾ ਹੈ। ਸੰਗੀਤ ਨੂੰ ਸਿੱਖਣ ਵਾਸਤੇ ਪਹਿਲਾਂ ਅਲਫਾਜ਼ ਹਨ। ਸਰਗਮ ਹੈ, ਸਾ ਰੇ ਗਾ ਮਾ ਪਾ, ਇਹ ਸਰਗਮਾਂ ਨੇ, ਇਹ ਅੱਖਰ ਨੇ। ਇਹਨਾਂ ਅੱਖਰਾਂ ਦਾ ਅਭਿਆਸ ਕਰੀ ਗਿਆ ਕਰੀ ਗਿਆ ਕਰੀ ਗਿਆ, ਅਤੇ ਫਿਰ ਉਸ ਸੰਗੀਤ ਨਾਲ ਜੁੜ ਗਿਆ ਜਿਹੜਾ ਸੰਗੀਤ ਦਾ ਕੋਈ ਆਕਾਰ ਨਹੀਂ ਹੈ, ਕੋਈ ਅੱਖਰ ਨਹੀਂ ਹਨ। ਉਹਨੂੰ ਜਿਹੜੇ ਮਰਜ਼ੀ ਅੱਖਰਾਂ ਦੇ ਰੂਪ ਵਿੱਚ ਗਾ ਲਓ। ਉਹ ਸੰਗੀਤ ਜਦੋਂ ਅੰਦਰ ਪੈਦਾ ਹੋ ਗਿਆ, ਸੰਗੀਤ ਉਹੀ ਹੈ। ਵੇਖੋ ਉਹਦੇ ਨਾਲ ਕੋਈ ਗੀਤ ਗਾਉਂਦਾ ਹੈ, ਕੋਈ ਰੱਬ ਦੇ ਗੁਣ ਗਾਉਂਦਾ ਹੈ। ਸੰਗੀਤ ਉਹ ਅੰਦਰ ਦੀ ਇੱਕ ਅਵਸਥਾ ਹੈ। ਉਹ ਪਰ ਬਣੇਗੀ ਕਿਵੇਂ? ਅੱਖਰਾਂ ਦੇ ਅਭਿਆਸ ਨਾਲ ਬਣੇਗੀ।
ਅੱਖਰਾਂ ਦਾ ਅਭਿਆਸ ਕਰਦਿਆਂ ਕਰਦਿਆਂ ਤੁਹਾਡੇ ਅੰਦਰ ਉਹ ਸੰਗੀਤ ਦੀ ਅਵਸਥਾ ਪੈਦਾ ਹੋ ਗਈ ਜਦੋਂ, ਫਿਰ ਇਹਨਾਂ ਅੱਖਰਾਂ ਦੀ ਲੋੜ ਨਹੀਂ ਹੈ। ਫਿਰ ਜਿਹੜੇ ਮਰਜ਼ੀ ਅੱਖਰਾਂ ਨੂੰ ਉਸ ਸੰਗੀਤ ਨਾਲ ਜੋੜ ਲਿਆ ਜਾਵੇ। ਸੰਗੀਤ ਉਹੀ ਨੇ, ਸਾਜ਼ ਉਹੀ ਨੇ। ਇਹਨਾਂ ਸਾਜ਼ਾਂ 'ਤੇ ਲੋਕ ਗੀਤ ਵੀ ਗਾਉਂਦੇ ਨੇ, ਇਹਨਾਂ ਸਾਜ਼ਾਂ 'ਤੇ ਰੱਬ ਦੇ ਗੁਣ ਵੀ ਗਾਏ ਜਾਂਦੇ ਨੇ। ਸਾਜ਼ ਤਾਂ ਉਹੀ ਨੇ, ਸੰਗੀਤ ਉਹੀ ਹੈ, ਪਰ ਉਹਨੂੰ ਸਿੱਖਣ ਵਾਸਤੇ, ਉਸ ਸੰਗੀਤ ਨੂੰ ਅੰਦਰੋਂ ਪੈਦਾ ਕਰਨ ਵਾਸਤੇ ਬਾਹਰੋਂ ਅੱਖਰਾਂ ਦੀ ਲੋੜ ਹੈ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਜੋ ਆਕਾਰ ਤੋਂ ਰਹਿਤ ਹੈ, ਜੋ ਧੁਨ ਰੂਪ ਹੈ, ਧੁਨ ਦਾ ਕੋਈ ਆਕਾਰ ਨਹੀਂ ਹੈ, ਉਹ ਸਾਰੇ ਪਾਸੇ ਅਨਾਹਦ ਧੁਨ ਪਸਰ ਰਹੀ ਹੈ, ਪਰ ਉਹਨੂੰ ਪ੍ਰਗਟ ਕਰਨ ਵਾਸਤੇ ਸਾਨੂੰ ਅੱਖਰਾਂ ਦੀ ਲੋੜ ਹੈ। ਉਹ ਅੱਖਰ ਕਿਹੜੇ ਨੇ? ਗੁਰਬਾਣੀ, ਗੁਰੂ ਦੇ ਅੱਖਰ, ਵਾਹਿਗੁਰੂ ਸ਼ਬਦ। ਸੰਗੀਤਕਾਰ ਕੋਲ ਆਪਾਂ ਸੰਗੀਤ ਸਿੱਖਣ ਜਾਂਦੇ ਹਾਂ, ਉਹ ਕੀ ਕਹਿੰਦਾ ਵੀ ਇਸ ਤਰ੍ਹਾਂ ਤੂੰ ਅਭਿਆਸ ਕਰ, ਇਸ ਅੱਖਰ ਨੂੰ ਇਸ ਤਰ੍ਹਾਂ ਆਪਣੇ ਅੰਦਰ ਗਾਈ ਜਾ, ਵਾਰ-ਵਾਰ ਸਾ ਦਾ ਅਭਿਆਸ ਕਰ, ਪਾ ਦਾ ਅਭਿਆਸ ਕਰ, ਇਸ ਅੱਖਰ ਦਾ ਅਭਿਆਸ ਇੱਦਾਂ ਕਰ। ਜਦੋਂ ਮਨੁੱਖ ਉਹਦਾ ਲੰਮਾ ਸਮਾਂ ਅਭਿਆਸ ਕਰਦਾ ਹੈ, ਅੰਦਰ ਉਹ ਸੰਗੀਤ ਪੈਦਾ ਹੋ ਜਾਂਦਾ। ਹੁਣ ਉਹ ਅੱਖਰਾਂ ਨੂੰ ਕਹਿਣ ਦੀ ਲੋੜ ਨਹੀਂ ਪਈ। ਜਦੋਂ ਤੁਹਾਨੂੰ ਸੰਗੀਤ ਦੀ ਕਲਾ ਆ ਗਈ, ਫਿਰ ਤੁਹਾਨੂੰ ਉਹਨਾਂ ਅੱਖਰਾਂ ਦੀ ਲੋੜ ਨਹੀਂ ਹੈ। ਜਾਂ ਦੁਨੀਆ ਵਿੱਚ ਕੋਈ ਵੀ ਕਲਾ ਹੈ, ਉਹਨੂੰ ਸਿੱਖਣ ਦੀ ਪਹਿਲਾਂ ਵਿਧੀ ਹੈ। ਜਦੋਂ ਉਹ ਕਲਾ ਆ ਗਈ, ਫਿਰ ਉਹ ਅੱਖਰ ਨਾ ਵੀ ਯਾਦ ਰਹਿਣ ਤੇ ਉਂਝ ਹੀ ਯਾਦ ਰਹਿੰਦੇ ਨੇ। ਉਹਨਾਂ ਦੀ ਹੁਣ ਉਸ ਤਰ੍ਹਾਂ ਦੀ ਲੋੜ ਨਹੀਂ ਰਹਿ ਗਈ ਜਿਸ ਤਰ੍ਹਾਂ ਸ਼ੁਰੂਆਤ ਦੇ ਵਿੱਚ ਸੀ। ਜਿਵੇਂ ਆਪਾਂ ਅੱਖਰ ਸਿੱਖਦੇ ਹਾਂ, ਊੜਾ, ਐੜਾ, ਈੜੀ, ਸੱਸਾ, ਹਾ। ਜਦੋਂ ਇਹਨਾਂ ਦਾ ਅਭਿਆਸ ਕਰੀ ਗਏ ਇਹਨਾਂ ਦੀ ਸਮਝ ਆ ਗਈ, ਤਾਂ ਫਿਰ ਆਪਾਂ ਪਹਿਲਾਂ ਊੜਾ ਇਹੀ ਪੜ੍ਹਦੇ ਹਾਂ, ਊੜਾ ਊਠ, ਈੜੀ ਇੱਟ। ਬਸ ਇੱਥੋਂ ਤੱਕ ਬੱਚੇ ਦਾ ਦਿਮਾਗ ਸੀਮਤ ਹੁੰਦਾ ਵੀ ਈੜੀ ਦਾ ਮਤਲਬ ਇੱਟ ਹੀ ਹੈ, ਇਸ ਤੋਂ ਅੱਗੇ ਨਹੀਂ। ਪਰ ਜਦੋਂ ਉਹਨੂੰ ਉਹ ਤੱਤ ਗਿਆਨ ਸਮਝ ਆ ਗਈ, ਅਸਲ ਗਿਆਨ ਵਿਦਿਆ ਦਾ ਸਮਝ ਆ ਗਿਆ, ਫਿਰ ਉਹਨੂੰ ਪਤਾ ਲੱਗਦਾ ਵੀ ਇਹ ਤਾਂ ਜਿਹੜੀ ਸੋਝੀ ਹੈ, ਗਿਆਨ ਹੈ, ਇਹਨੂੰ ਕਿਸੇ ਅੱਖਰਾਂ ਦੇ ਰੂਪ ਵਿੱਚ ਢਾਲ ਲਿਆ ਜਾਵੇ, ਕਿਸੇ ਅਰਥਾਂ ਦੇ ਰੂਪ ਵਿੱਚ ਢਾਲ ਲਿਆ ਜਾਵੇ। ਇਸੇ ਤਰ੍ਹਾਂ ਵਾਹਿਗੁਰੂ ਦਾ ਨਾਮ ਆਕਾਰ ਰਹਿਤ ਜੋ ਸਾਰਿਆਂ ਵਿੱਚ ਵਰਤ ਰਿਹਾ ਹੈ, ਉਹਦੇ ਨਾਲ ਜੁੜਨਾ ਹੈ। ਪਰ ਜੁੜਨ ਦਾ ਤਰੀਕਾ ਹੈ ਗੁਰੂ ਦਾ ਦਿੱਤਾ ਹੋਇਆ ਮੰਤਰ। ਜਦੋਂ ਉਹ ਜਪ ਕੇ ਆਪਾਂ ਉਸ ਨਾਮ ਤੱਕ ਪਹੁੰਚ ਗਏ ਜੋ ਸਾਰਿਆਂ ਵਿੱਚ ਰਮਿਆ ਹੋਇਆ ਹੈ, ਮਹਾਰਾਜ ਕਹਿੰਦੇ ਫਿਰ ਉਸ ਅਵਸਥਾ ਵਿੱਚ ਜਦੋਂ ਜੀਵ ਨਾਮ ਨਾਲ ਜੁੜ ਜਾਂਦਾ ਹੈ, ਨਾਉ ਤੇਰਾ ਨਿਰੰਕਾਰ ਹੈ, ਨਾਏ ਲਿਆ ਨਰਕ ਨਾ ਜਾਈਏ। ਫਿਰ ਇਹ ਕਿਸੇ ਵੀ ਤਰ੍ਹਾਂ ਦੇ ਨਰਕ ਵਿੱਚ ਨਹੀਂ ਡਿੱਗਦਾ, ਨਾ ਇਹਦੇ ਉੱਪਰ ਕਿਸੇ ਤਰ੍ਹਾਂ ਦੇ ਵਿਕਾਰਾਂ ਦਾ ਨਰਕ ਪੈਂਦਾ ਹੈ, ਨਾ ਇਹਦੇ ਉੱਤੇ ਸੰਸਾਰ ਦੀ ਗਰੀਬੀ ਦਾ, ਬਿਮਾਰੀ ਦਾ, ਦੁੱਖ ਦਾ, ਰੋਗ ਦਾ। ਇਹ ਵੀ ਤਾਂ ਨਰਕ ਹੀ ਹੈ। ਤੁਸੀਂ ਹਸਪਤਾਲਾਂ ਵਿੱਚ ਜਾਓ, ਕਈ ਮਹੀਨਿਆਂ ਦੇ ਮਰੀਜ਼ ਪਏ ਨੇ, ਨਰਕ ਹੈ। ਕੋਈ ਜੇਲ੍ਹਾਂ ਵਿੱਚ ਬੰਦ ਹੈ, ਨਰਕ ਹੈ। ਇਹ ਨਰਕ ਕਈ ਤਰ੍ਹਾਂ ਦੇ ਨੇ। ਫਿਰ ਇਸ ਸਰੀਰ ਨੂੰ ਤਿਆਗਣ ਦੀ ਵਾੜ ਦੀ ਅਵਸਥਾ ਹੈ। ਤੋ ਮਹਾਰਾਜ ਕਹਿੰਦੇ ਨਾਮ ਐਸਾ ਜਿਹੜਾ ਸਭ ਤਰ੍ਹਾਂ ਦੇ ਨਰਕਾਂ ਤੋਂ ਬਚਾਉਂਦਾ ਹੈ। ਵਾਹਿਗੁਰੂ ਦਾ ਨਾਮ ਐਸੀ ਹਸਤੀ ਹੈ, ਸਾਨੂੰ ਇਹ ਦੁਨੀਆ ਦੇ ਦੁੱਖਾਂ, ਰੋਗਾਂ, ਕਲੇਸ਼ਾਂ, ਵਿਕਾਰਾਂ ਦੇ ਨਰਕਾਂ ਤੋਂ ਵੀ ਬਚਾਉਂਦਾ ਹੈ। ਔਰ ਇਸ ਸਰੀਰ ਨੂੰ ਤਿਆਗਣ ਤੋਂ ਬਾਅਦ ਆਤਮਾ ਅੱਗੇ ਜਿੱਥੇ ਜਾਵੇਗੀ, ਅਗਲੀ ਅਵਸਥਾ ਵਿੱਚ ਜਿਹੜੇ ਨਰਕ ਨੇ, ਉੱਥੋਂ ਵੀ ਜੀਵ ਆਤਮਾ ਨੂੰ ਨਾਮ ਹੀ ਬਚਾਏਗਾ। ਜੇ ਮਾਰਗ ਕੇ ਗਣੇ ਜਾਏ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜੀਓ ਪਿੰਡ ਸਭ ਤਿਸ ਦਾ, ਦੇ ਖਾਜੈ ਆਖ ਗਵਾਈਐ। ਉਸ ਵਾਹਿਗੁਰੂ ਪਰਮਾਤਮਾ ਨੇ ਸਾਨੂੰ ਜਿੰਦ ਦਿੱਤੀ ਹੈ, ਸਰੀਰ ਦਿੱਤਾ ਹੈ, ਸਾਰਾ ਕੁਝ ਹੀ ਦਿੱਤਾ ਹੈ। ਹੱਥ ਪੈਰ, ਪਰਿਵਾਰ, ਕਾਰੋਬਾਰ,
ਇਹ ਸਾਨੂੰ ਸਾਰੇ ਖੁਰਾਕ ਦੇ ਪ੍ਰਬੰਧ ਕਰਕੇ ਦਿੱਤੇ ਨੇ। ਤੇ ਜੇਕਰ ਜੀਵ ਉਹਦੇ ਦਿੱਤੇ ਹੋਇਆਂ ਦੀ ਗਿਣਤੀ ਕਰੇ, ਆਖੇ ਮੈਂ ਗਿਣਤੀ ਕਰਾਂਗਾ ਦੱਸਾਂਗਾ, ਇਹ ਖੁਆਰੀ ਵਾਲੇ ਪਾਸੇ ਹੈ। ਇਹ ਆਖਣਾ ਕਿ ਪ੍ਰਮਾਤਮਾ ਨੇ ਇੰਨਾ ਕੁਝ ਹੀ ਦਿੱਤਾ ਮੈਨੂੰ, ਆਪਾਂ ਉਹਦਾ ਅੰਦਾਜ਼ਾ ਨਹੀਂ ਲਾ ਸਕਦੇ ਉਹਨੇ ਕਿੰਨਾ ਕੁਝ ਸਾਨੂੰ ਕੀਮਤੀ ਦਿੱਤਾ ਹੋਇਆ ਹੈ, ਪਰ ਸਾਨੂੰ ਉਹਦੀ ਕਦਰ ਨਹੀਂ ਹੈ। ਹੁਣ ਵੇਖੋ ਆਕਸੀਜਨ ਦੀ ਪ੍ਰੋਬਲਮ ਆ ਰਹੀ ਹੈ ਨਾ, ਤੇ ਵਾਹਿਗੁਰੂ ਪਰਮਾਤਮਾ ਨੇ ਤਾਂ ਜਦੋਂ ਦਾ ਜਨਮ ਹੋਇਆ ਸਾਨੂੰ ਕਿੰਨੀ ਆਪਾਂ ਆਕਸੀਜਨ ਵਰਤੀ ਹੈ, ਜੇ ਉਹਦਾ ਹਿਸਾਬ ਲਾਈਏ ਪਤਾ ਨਹੀਂ ਕਿੰਨੇ ਕਰੋੜਾਂ ਅਰਬਾਂ ਖਰਬਾਂ ਪੈਸਾ ਬਣ ਜਾਵੇ, ਆਪਾਂ ਅੰਦਾਜ਼ਾ ਹੀ ਨਹੀਂ ਲਾ ਸਕਦੇ। ਜਿੰਨਾ ਪਾਣੀ ਪੀਤਾ ਹੈ, ਇਹ ਜਿੰਨਾ ਜੀਵਨ ਜੀ ਚੁੱਕੇ ਹਾਂ, ਵੇਖੋ ਇਸ ਤਰ੍ਹਾਂ ਦੇ ਵੀ ਸਰੀਰ ਹਨ ਜਨਮ ਤੋਂ ਬਾਅਦ ਉਹ ਕੇਵਲ ਲਿਕੁਇਡ ਪਦਾਰਥ 'ਤੇ ਜੀ ਰਹੇ ਨੇ, ਉਹਨਾਂ ਨੂੰ ਰੋਟੀ ਖਾਣ ਦਾ ਆਰਡਰ ਨਹੀਂ ਹੈ। ਬਿਮਾਰੀ ਐਸੀ ਲੱਗ ਗਈ, ਅੰਨ ਨਹੀਂ ਖਾ ਸਕਦੇ, ਕੋਈ ਹੋਰ ਵਸਤੂ ਨਹੀਂ ਖਾ ਸਕਦੇ। ਵਾਹਿਗੁਰੂ ਨੇ ਕਿੰਨੀਆਂ ਦਾਤਾਂ ਦਿੱਤੀਆਂ, ਕਿੰਨਾ ਨਵਾਜਿਆ ਹੈ, ਆਪਾਂ ਆਖ ਨਹੀਂ ਸਕਦੇ, ਬਿਆਨ ਨਹੀਂ ਕਰ ਸਕਦੇ। ਮਹਾਰਾਜ ਕਹਿੰਦੇ ਜੇ ਕੋਈ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਮੈਂ ਕਹਾਂਗਾ ਕਿ ਪਰਮਾਤਮਾ ਨੇ ਕਿੰਨਾ ਕੁਝ ਦਿੱਤਾ ਹੈ, ਤਾਂ ਇਹ ਮੂਰਖਪੁਣਾ ਹੈ। ਇਹ ਬੰਦਾ ਆਪਣੇ ਮੂਰਖਪੁਣੇ ਦੀ ਨਿਸ਼ਾਨੀ ਦੇ ਰਿਹਾ ਹੈ। ਖੁਆਰ ਹੋਵੇਗਾ। ਜੇ ਲੋੜੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ। ਭਾਈ ਜੇ ਤੂੰ ਚਾਹੁੰਦਾ ਵੀ ਤੇਰੇ ਨਾਲ ਚੰਗਾ ਹੋਵੇ, ਪੁੰਨ ਕਰਮ ਕਰਿਆ ਕਰ, ਭਲਾਈ ਦੇ ਕੰਮ ਕਰਿਆ ਕਰ, ਹਰ ਇੱਕ ਪੱਖ ਤੋਂ ਭਲਾ ਕਰਿਆ ਕਰ। ਜੇ ਲੋੜ ਹੈ ਚੰਗਾ ਆਪਣਾ, ਕਰ ਪੁੰਨੋ ਨੀਚ ਸਦਾਈਐ। ਪੁੰਨ ਕਰ, ਚੰਗੇ ਕਰਮ ਕਰ, ਤੇ ਫਿਰ ਆਪਣੇ ਆਪ ਨੂੰ ਨੀਵਾਂ ਆਖੀ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ। ਕਿਉਂਕਿ ਅਕਸਰ ਜਦੋਂ ਮਨੁੱਖ ਪੁੰਨ ਕਰਮ ਕਰਦਾ ਹੈ, ਜੇ ਕੋ ਏਕ ਕਰੈ ਚੰਗਿਆਈ, ਮਨ ਚਿਤ ਬਹੁਤ ਬਫਾਵੈ। ਬੜਾ ਫਿਰ ਆਫਰ ਜਾਂਦਾ ਵੀ ਮੈਂ ਇਹ ਕੰਮ ਕੀਤਾ, ਮੇਰੇ ਬਿਨਾਂ ਉਹਨਾਂ ਦਾ ਇਹ ਕੰਮ ਨਹੀਂ ਸੀ ਹੋ ਸਕਦਾ। ਚੰਗੇ ਕਰਮ ਕਰਕੇ ਅੰਦਰ ਹੰਕਾਰ ਆ ਜਾਂਦਾ ਹੈ। ਮਹਾਰਾਜ ਕਹਿੰਦੇ ਚੰਗੇ ਕਰਮ ਕਰ, ਭਲੇ ਦੇ ਕਰਮ ਕਰ, ਪਰਮੇਸ਼ਵਰ ਦਾ ਨਾਮ ਜਪ, ਬੰਦਗੀ ਕਰ, ਤੇ ਆਪਣੇ ਆਪ ਨੂੰ ਨੀਵਾਂ ਸਦਾਈ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਨ੍ਹਾਂ ਬਾਰੇ ਭੱਟ ਸਾਹਿਬਾਨ ਕਹਿੰਦੇ ਨੇ, ਤਰਨ ਗਗਨ ਨਵਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਭਨ ਮਥੁਰਾ ਕਛ ਭੇਦਨੀ, ਗੁਰ ਅਰਜਨ ਪ੍ਰਤੱਖ ਹਰ। ਗੁਰੂ ਅਰਜਨ ਦੇਵ ਜੀ ਪ੍ਰਤੱਖ ਹਰ ਦਾ ਰੂਪ ਹਨ। ਉਹ ਵੇਖੋ ਸ੍ਰੀ ਹਰਿਮੰਦਰ ਸਾਹਿਬ ਜੀ ਵਰਗਾ ਮਹਾਨ ਪਾਵਨ ਅਸਥਾਨ ਰਚਨਾ ਕੀਤਾ ਹੈ, ਜਿਸ ਬਾਰੇ ਬਾਣੀ ਵਿੱਚ ਆ ਗਿਆ, ਡਿਠੇ ਸਭੇ ਥਾਵ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੈ ਤਾਂ ਤੂੰ ਸੋਇਆ। ਸ੍ਰੀ ਤਰਨ ਤਾਰਨ ਸਾਹਿਬ ਵਰਗੇ ਮਹਾਨ ਅਸਥਾਨ ਦੀ ਰਚਨਾ। ਹੋਰ ਬੇਅੰਤ ਮਹਾਰਾਜ ਜੀ ਨੇ ਅਸਥਾਨ ਰਚੇ, ਤੇ ਕੁੱਲ ਲੁਕਾਈ ਤੇ ਮਹਾਰਾਜ ਨੇ ਬੜੀ ਵੱਡੀ ਕਿਰਪਾ ਕੀਤੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਸੰਪਾਦਨਾ ਕਰਕੇ। ਇਹ ਸਾਰਾ ਕੁਝ ਕਰਕੇ ਮਹਾਰਾਜ ਪਤਾ ਕੀ ਕਹਿੰਦੇ ਨੇ, ਤੇਰਾ ਕੀਤਾ ਜਾਤੋ ਨਾਹੀ, ਮੈਨੋ ਜੋਗ ਕੀਤੋਈ। ਮੈਂ ਨਿਰਗੁਣ ਆਰੇ ਕੋ ਗੁਣ ਨਾਹੀ, ਆਪੇ ਤਰਸ ਪਿਓਈ। ਇਹ ਮਾਲਕ ਤੂੰ ਮੈਨੂੰ ਜੋਗ ਬਣਾਤਾ ਇਹ ਕਰਨ ਦੇ, ਹਾਲਾਂਕਿ ਸਾਰਾ ਕੁਝ ਕਰਨ ਵਾਲੇ ਨੇ। ਇੰਨੇ ਮਹਾਨ ਕਾਰਜ ਕਰਕੇ ਕੋਈ ਕਵੀ ਇੱਕ ਗਾਣਾ ਲਿਖੇ, ਇੱਕ ਗੀਤ, ਇੱਕ ਕਵਿਤਾ ਲਿਖੇ ਨਾ, ਤੇ ਉਹ ਕਹਿੰਦਾ ਵੀ ਸਾਰੇ ਹੱਕ ਲੇਖਕ ਦੇ ਰਾਖਵੇਂ ਹਨ। ਕੋਈ ਇੱਕ ਕਿਤਾਬ ਲਿਖੇ ਨਾ ਛੋਟੀ ਜਿਹੀ, ਤੁਸੀਂ ਪੜ੍ਹਿਆ ਹੋਣਾ ਵੀ ਸਾਰੇ ਹੱਕ ਪ੍ਰਕਾਸ਼ਕ ਦੇ ਰਾਖਵੇਂ ਨੇ, ਵੀ ਇਹਨੂੰ ਕੋਈ ਹੋਰ
ਛਾਪ ਨਹੀਂ ਸਕਦਾ, ਕੋਈ ਇਹਨੂੰ ਕੋਈ ਵਰਤ ਨਹੀਂ ਸਕਦਾ ਇਸ ਤਰ੍ਹਾਂ। ਪਰ ਵੇਖੋ ਮਹਾਰਾਜ ਨੇ ਬਾਣੀ ਲਿਆ ਕੇ ਦਿੱਤੀ, ਜਿਹੜਾ ਮਰਜ਼ੀ ਪੜ੍ਹੀ ਜਾਵੇ। ਹਿੰਦੂ ਪੜ੍ਹੇ, ਮੁਸਲਮਾਨ ਪੜ੍ਹੇ, ਬੜੇ ਪੜ੍ਹਦੇ ਨੇ ਹਿੰਦੂ ਵੀਰ ਵੀ, ਮੁਸਲਮਾਨ ਵੀ। ਕੋਈ ਕਿਸੇ ਵੀ ਜਾਤੀ ਦਾ ਮਨੁੱਖ ਪੜ੍ਹੇ, ਮਹਾਰਾਜ ਨੇ ਕੋਈ ਪਾਬੰਦੀ ਨਹੀਂ ਲਾਈ। ਕੋਈ ਹਰਿਮੰਦਰ ਸਾਹਿਬ ਵਿੱਚ ਆਵੇ, ਕੋਈ ਪਾਬੰਦੀ ਨਹੀਂ। ਕੋਈ ਬੈਠ ਕੇ ਲੰਗਰ ਛਕੇ। ਆਪਣੇ ਹੁਣ ਇੱਥੇ ਸਵੇ ਮਹੀਨੇ ਦਾ ਸਮਾਗਮ ਚੱਲਿਆ ਹੈ। ਰੋਜ਼ ਰਾਤ ਨੂੰ ਲੰਗਰ ਵੇਖੋ, ਕਿੰਨੇ ਜਿਹੜੇ ਹਿੰਦੂ ਵੀਰ ਉਹ ਆ ਕੇ ਲੰਗਰ ਛਕਦੇ। ਕਿਸੇ ਵੀ ਧਰਮ ਦਾ ਆਵੇ, ਕੋਈ ਮਨਾਹੀ ਨਹੀਂ। ਮਹਾਰਾਜ ਨੇ ਕਿਹਾ ਭਾਈ ਸਾਰੇ ਛਕਣ। ਉਹ ਲੰਗਰ ਵੀ ਛਕਣ, ਬਾਣੀ ਦਾ ਲੰਗਰ ਵੀ ਛਕਣ, ਬਾਣੀ ਵੀ, ਸ਼ਬਦ ਵੀ ਪੜ੍ਹਨ, ਨਾਮ ਵੀ ਜਪਣ। ਕੋਈ ਇੱਕ ਗਾਣਾ ਲਿਖਦੇ, ਕਵਿਤਾ ਲਿਖਦੇ, ਕਹਿੰਦੇ ਮੇਰੇ ਹੱਕ ਹੈ ਇਹਦੇ 'ਤੇ। ਮਹਾਰਾਜ ਨੇ ਹੱਕ ਜਤਾਇਆ ਹੀ ਨਹੀਂ। ਕਹਿੰਦੇ ਭਾਈ ਜਿਹੜਾ ਮਰਜ਼ੀ ਬਾਣੀ ਪੜ੍ਹੇ, ਨਾਮ ਜਪੇ, ਸਿਮਰਨ ਕਰੇ। ਇਸ ਕਰਕੇ ਮਹਾਰਾਜ ਕਹਿੰਦੇ ਭਾਈ ਜੇ ਚਾਹੁੰਦਾ ਵੀ ਤੇਰਾ ਭਲਾ ਹੋਵੇ, ਸ਼ੁਭ ਕਰਮ ਕਰ, ਨਾਮ ਜਪ। ਨੀਚ ਸਦਾਈਆ ਤੇ ਆਪਣੇ ਆਪ ਨੂੰ ਨੀਵਾਂ ਸਦਾਣਾ ਵੀ ਮੈਂ ਤਾਂ ਕੁਝ ਵੀ ਨਹੀਂ ਹਾਂ। ਜੇ ਜਰਵਾਣਾ ਪਰ ਹਰੈ, ਜਰ ਵੇਸ ਕਰੀਦੀ ਆਈ ਹੈ। ਹੁਣ ਮਨੁੱਖ ਸੰਸਾਰਕ ਪਦਾਰਥਾਂ ਦੇ ਨਸ਼ੇ ਵਿੱਚ ਇੰਨਾ ਖਚਤ ਹੋ ਗਿਆ, ਇਹਨੂੰ ਮਰਨਾ ਯਾਦ ਨਹੀਂ ਰਿਹਾ। ਇਹਦੇ ਕੋਲ ਪੈਸੇ ਦਾ ਬਲ ਆ ਗਿਆ, ਕਲਾ ਦਾ ਬਲ ਆ ਗਿਆ, ਜਰਵਾਣਾ ਬਣ ਗਿਆ, ਜਰ ਵਾਲਾ, ਬਲ ਵਾਲਾ ਬਣ ਗਿਆ। ਤੇ ਕੀ ਕਰਦਾ? ਵਡੇਪੇ ਨੂੰ ਦੂਰ ਕਰਨਾ ਚਾਹੁੰਦਾ, ਕਿਉਂਕਿ ਵਡੇਪੇ ਨੂੰ ਵੇਖ ਕੇ ਮੌਤ ਚੇਤੇ ਆਉਂਦੀ ਹੈ। ਮਹਾਰਾਜ ਕਹਿੰਦੇ ਕਿੰਨਾ ਵੀ ਬਲ ਵਾਲਾ ਹੋ ਕੇ ਵਡੇਪੇ ਨੂੰ ਪਰਾਂ ਕਰਨਾ ਚਾਹਵੇਂਗਾ, ਇਹ ਵਡੇਪਾ ਮੌਤ ਕਿਸੇ ਨਾ ਕਿਸੇ ਰੂਪ ਦੇ ਵਿੱਚ ਆ ਜਾਂਦਾ ਹੈ। ਇਹਨੇ ਆਉਣਾ ਹੀ ਆਉਣਾ ਹੈ। ਆਪਾਂ ਵੇਖਦੇ ਹਾਂ ਕਈ ਕੇਸ ਕਾਲੇ ਕਰਦੇ ਨੇ, ਦਾੜਾ, ਸਿਰ ਦੇ ਕੇਸ। ਹੋਰ ਕਿਸੇ ਧਰਮ ਦਾ ਆਪਾਂ ਨੂੰ ਪਤਾ ਨਹੀਂ। ਜਿਹੜਾ ਆਪਣਾ ਸਿੱਖ ਧਰਮ ਹੈ ਨਾ, ਉਹਦੇ ਵਿੱਚ ਬੜੀ ਮਨਾਹੀ ਕੀਤੀ ਮਹਾਰਾਜ ਨੇ। ਰੋਮਾਂ ਦੀ ਬੇਅਦਬੀ ਕਰਨ ਤੋਂ, ਇਹਨਾਂ ਨੂੰ ਰੰਗਣ ਤੋਂ ਵੀ ਰੋਕਿਆ ਹੈ। ਇਹ ਇੱਕ ਬੇਅਦਬੀ ਹੈ। ਜਿਸ ਸਮੇਂ ਮਹਾਰਾਜਾ ਰਣਜੀਤ ਸਿੰਘ ਦਾ ਸਮਾਂ ਸੀ ਨਾ, ਮਹਾਰਾਜਾ ਰਣਜੀਤ ਸਿੰਘ ਦਾ ਦਾੜਾ ਜਦੋਂ ਚਿੱਟਾ ਹੋਣ ਲੱਗਿਆ ਤੇ ਉਹਨੇ ਵੀ ਕਾਲਾ ਕਰ ਲਿਆ। ਉਸ ਸਮੇਂ ਜਥੇਦਾਰ ਸੀ ਅਕਾਲੀ ਫੂਲਾ ਸਿੰਘ। ਤੇ ਉਸ ਸਮੇਂ ਇੱਕ ਤਾਂ ਇਹ ਕੰਮ ਕੀਤਾ, ਇੱਕ ਮੋਰਾ ਨਾਮ ਦੀ ਕੰਜਰੀ ਸੀ ਲਾਹੌਰ ਦੇ ਵਿੱਚ, ਉਹਦਾ ਨਾਚ ਵੇਖਣਾ ਸ਼ੁਰੂ ਕਰ ਦਿੱਤਾ। ਅਕਾਲੀ ਫੂਲਾ ਸਿੰਘ ਨੇ ਸੁਨੇਹਾ ਭੇਜਿਆ ਵੀ ਇਹ ਤੂੰ ਸਿੱਖਾਂ ਦਾ ਤੂੰ ਬਾਦਸ਼ਾਹ ਹੈ, ਤੇਰੇ ਵਾਸਤੇ ਗੱਲ ਠੀਕ ਨਹੀਂ ਹੈ। ਹੋਰ ਕਿਸੇ ਧਰਮ ਦਾ ਬੰਦਾ ਹੋਵੇ ਕੋਈ ਗੱਲ ਨਹੀਂ, ਤੂੰ ਸਿੱਖ ਧਰਮ ਨੂੰ ਮੰਨਣ ਵਾਲਾ ਹੈ, ਸਿੱਖ ਹੈ। ਤਾਂ ਮਹਾਰਾਜਾ ਰਣਜੀਤ ਸਿੰਘ ਉੱਥੇ ਕਹਿੰਦੇ ਇਹ ਵੀ ਬੋਲ ਲਿਖ ਕੇ ਭੇਜੇ ਸਨ ਕਿ ਜਾਓ ਕਹਿ ਦਿਓ ਇਸ ਮਹਾਰਾਜਾ ਰਣਜੀਤ ਸਿੰਘ ਨੂੰ ਕਿ ਕਿਉਂ ਆਪਣੇ ਕੇਸਾਂ ਨੂੰ ਕਾਲਾ ਕਰ ਰਿਹਾ ਹੈ। ਜਾਓ ਕਹਿ ਦਿਓ ਕਾਣੇ ਢੱਗੇ ਨੂੰ ਕਿਉਂ ਕਰਦਾ ਕਾਲਾ ਬੱਗੇ ਨੂੰ। ਜੇ ਅੰਤ ਸਮੇਂ ਨੂੰ ਮਰਨਾ ਹੈ ਫਿਰ ਮੂੰਹ ਕਾਲਾ ਕਿਉਂ ਕਰਨਾ ਹੈ। ਇਹ ਬਚਨ ਵੀ ਲਿਖ ਕੇ ਭੇਜੇ, ਪਰ ਉਹਨੇ ਪਰਵਾਹ ਨਾ ਕੀਤੀ, ਸਮਝਿਆ ਨਾ। ਜਦੋਂ ਸਮਝਿਆ ਨਾ, ਫਿਰ ਅਕਾਲੀ ਫੂਲਾ ਸਿੰਘ ਨੇ ਹੁਕਮਨਾਮਾ ਜਾਰੀ ਕਰਦਾ ਅਕਾਲ ਤਖਤ ਸਾਹਿਬ ਤੋਂ। ਰਣਜੀਤ ਸਿੰਘ ਦੇ ਨਾਮ ਦੀ ਅਰਦਾਸ ਨਹੀਂ, ਹਰਿਮੰਦਰ ਸਾਹਿਬ ਵਿੱਚ ਰੋਜ਼ ਅਰਦਾਸ ਹੁੰਦੀ ਸੀ, ਖਾਲਸਾ ਰਾਜ ਜੀ ਦੇਗ ਹੁੰਦੀ ਸੀ, ਬੰਦ ਕਰ ਦਿੱਤੀ ਗਈ। ਕੋਈ ਸਿੱਖ ਇਹਨੂੰ ਫਤਿਹ ਨਾ ਬੁਲਾਵੇ। ਕਿਸੇ ਵੀ ਧਾਰਮਿਕ ਅਸਥਾਨ ਗੁਰਦੁਆਰੇ ਦੇ ਅੰਦਰ ਇਹਦੀ ਚੜ੍ਹਦੀ ਕਲਾ ਦੀ ਅਰਦਾਸ ਨਾ ਹੋਵੇ। ਜਦੋਂ ਇਹ ਫਤਵਾ ਲਾ ਦਿੱਤਾ ਗਿਆ, ਇਹ ਅਗਲੇ ਦਿਨ ਉੱਠਿਆ ਤੇ ਜਿਹੜੇ ਹੁਣ ਇਹਦੇ ਸਿਪਾਹੀ ਸਨ ਉਹ ਵੀ ਸਿੱਖ ਸਰਦਾਰ ਅੰਮ੍ਰਿਤਧਾਰੀ ਸਿੰਘ ਜਾ ਰਿਹਾ ਹੈ, ਕੋਈ ਇਹਨੂੰ ਫਤਿਹ ਨਹੀਂ ਬੁਲਾਉਂਦਾ। ਖੜੇ ਹਨ ਜ਼ਰੂਰ ਪਹਿਰੇ ਦੇ ਵਿੱਚ। ਹੈਰਾਨ ਹੋ ਗਿਆ ਵੀ ਅੱਜ ਕਿਹੜੀ ਗੱਲ ਹੋ ਗਈ, ਕੋਈ ਵੀ ਸਿੱਖ ਮੈਨੂੰ ਫਤਿਹ ਨਹੀਂ ਬੁਲਾ ਰਿਹਾ। ਪਤਾ ਲੱਗ ਗਿਆ ਵੀ ਇਹ ਹੁਕਮਨਾਮਾ ਮੇਰੇ ਪ੍ਰਤੀ ਜਾਰੀ ਹੋ ਗਿਆ। ਫਿਰ ਇਹਨੇ ਆਪ ਆ ਕੇ ਮਾਫੀ ਮੰਗੀ ਔਰ ਇਹਨੂੰ ਕੋੜਿਆਂ ਦੀ ਸਜ਼ਾ ਲਾਈ ਗਈ ਸੀ। ਪਿੱਠ ਨੰਗੀ ਕਰਕੇ ਕੋੜੇ ਮਾਰੇ ਗਏ ਸੀ ਮਹਾਰਾਜਾ ਰਣਜੀਤ ਸਿੰਘ ਨੂੰ। ਮਹਾਰਾਜ ਕਹਿੰਦੇ ਜੇ ਜਰਵਾਣਾ ਪਰ ਹਰੈ, ਜਰ ਵੇਸ ਕਰਿੰਦੀ ਆਈ ਹੈ। ਜੇ ਕਾਲੇ ਨੂੰ ਵਡੇਪੇ ਨੂੰ ਦੂਰ ਕਰਨਾ ਚਾਹੋਗੇ
ਇਹ ਕਿਸੇ ਨਾ ਕਿਸੇ ਵੇਸ਼ ਦੇ ਵਿੱਚ ਆ ਜਾਂਦਾ ਹੈ। ਹੱਡੀਆਂ ਖੜਕਣ ਲੱਗ ਜਾਂਦੀਆਂ ਨੇ। ਬਾਹਰੋਂ ਆਪਾਂ ਸਰੀਰ ਨੂੰ ਇਸ ਤਰ੍ਹਾਂ ਦਾ ਕਰ ਲਾਂਗਾ ਡੈਂਟਿੰਗ ਪੈਂਟਿੰਗ ਵੀ ਇਹ ਜਵਾਨ ਲੱਗੇ, ਪਰ ਅੰਦਰੋਂ ਤਾਂ ਸਰੀਰ ਖੋਖਾ ਹੁੰਦਾ ਹੈ। ਕੋ ਰਹਿ ਨਾ ਭਰੀਐ ਪਾਈਐ। ਮਹਾਰਾਜ ਕਹਿੰਦੇ ਜਿਵੇਂ ਪੁਰਾਣੇ ਸਮਿਆਂ ਵਿੱਚ ਨਾ ਇੱਕ ਪਾਈ ਹੁੰਦੀ ਸੀ, ਦੋ ਤਰੀਕੇ ਉਹਦੇ ਹੁੰਦੇ ਸਨ। ਇੱਕ ਪਾਈ ਦਾਣੇ ਉਹਦੇ ਨਾਲ ਮਿਲੇ ਜਾਂਦੇ, ਉਹਦੇ ਵਿੱਚ 8 ਸੇਰ ਦਾਣੇ ਪੈਂਦੇ ਸੀ। ਇੱਕ ਪਾਈ ਐਸਾ ਭਾਂਡਾ ਹੁੰਦਾ ਸੀ, ਉਹਦੇ ਨਾਲ ਸਮਾਂ ਵੇਖਿਆ ਜਾਂਦਾ ਸੀ। ਉਹਦੇ ਵਿੱਚ ਇੱਕ ਛੋਟਾ ਜਿਹਾ ਸੁਰਾਖ ਹੁੰਦਾ ਸੀ, ਉਹਨੂੰ ਭਰੇ ਹੋਏ ਕਿਸੇ ਬਾਲਟੇ ਪਾਣੀ ਦੇ ਵਿੱਚ ਰੱਖ ਦੇਣਾ, ਉਹ 'ਚ ਥੋੜ੍ਹਾ ਥੋੜ੍ਹਾ ਪਾਣੀ ਪਈ ਜਾਣਾ। ਉਹ ਐਸੀ ਤਕਨੀਕ ਨਾਲ ਹੁੰਦਾ ਸੀ। ਜਦੋਂ ਭਰ ਕੇ ਡੁੱਬ ਜਾਂਦੀ ਸੀ, ਸਮਝ ਲਿਆ ਜਾਂਦਾ ਸੀ ਵੀ ਇੱਕ ਘੜੀ ਦਾ ਸਮਾਂ ਹੋ ਗਿਆ ਹੈ। ਅਤੇ ਜਿਹੜੇ ਦਾਣੇ ਉਹ ਪਾਈ 8 ਸੇਰ ਦਾਣੇ ਪੈਂਦੇ। ਜਦੋਂ ਪਾਈ ਭਰਦੇ ਸੀ ਉਹਨੂੰ ਫਿਰ ਨਾਲ ਦੀ ਨਾਲ ਖਾਲੀ ਕੀਤਾ ਜਾਂਦਾ ਸੀ। ਪਾਈ ਜਦੋਂ ਭਰ ਜਾਂਦੀ ਸੀ ਉਹਨੂੰ ਖਾਲੀ ਕਰਦੇ ਸੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਇਸੇ ਤਰ੍ਹਾਂ ਇਹ ਸਰੀਰ ਰੂਪੀ ਪਾਈ, ਇਹਦੇ ਵਿੱਚ ਵੀ ਜਿਹੜਾ ਹੈ ਸਮਾਂ ਆ ਰਿਹਾ ਮੌਤ ਦਾ ਨੇੜੇ। ਜਦੋਂ ਇਹ ਭਰ ਗਈ, ਇਹਦਾ ਸਮਾਂ ਮੁੱਕ ਗਿਆ, ਫਿਰ ਕਿਸੇ ਨੇ ਇੱਥੇ ਨਹੀਂ ਰਹਿਣਾ। ਕੋ ਰਹਿ ਨਾ ਭਰੀਐ ਪਾਈਐ। ਜਦੋਂ ਇਹ ਸਮਾਂ ਮੁੱਕ ਗਿਆ, ਸਮਾਂ ਭਰ ਗਿਆ ਜਿਹੜਾ ਤੈਨੂੰ ਦਿੱਤਾ ਹੋਇਆ ਹੈ, ਤਾਂ ਫਿਰ ਮਹਾਰਾਜ ਕਹਿੰਦੇ ਇੱਥੇ ਕੋਈ ਵੀ ਨਹੀਂ ਰਿਹਾ। ਭਾਵੇਂ ਕੋਈ ਬਾਦਸ਼ਾਹ ਹੈ, ਭਾਵੇਂ ਕੋਈ ਵੈਦ ਹਕੀਮ ਹੈ, ਕੋਈ ਵੀ ਹੈ, ਕੋਈ ਵਿਦਵਾਨ ਹੈ, ਕੋਈ ਧਨੰਤਰ ਹੈ, ਕੋਈ ਕਿਸੇ ਵੀ ਤਰ੍ਹਾਂ ਦਾ ਹੈ। ਜਦੋਂ ਸਮਾਂ ਮੁੱਕ ਗਿਆ ਫਿਰ ਸੰਸਾਰ ਤੋਂ ਜਾਣਾ ਪੈਂਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਵਾਹਿਗੁਰੂ ਦਾ ਨਾਮ ਜਪ ਕੇ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲਓ। ਸਤਿਗੁਰੂ ਮਹਿਰਾਮਤ ਕਰਨ, ਸਤਿਗੁਰੂ ਜੀ ਦੇ ਅੰਮ੍ਰਿਤ ਬਚਨਾਂ ਨੂੰ ਕਮਾ ਸਕੀਏ। ਹੋਈਆਂ ਭੁੱਲਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ।